Good morning, guys. I'm Surinder Kumar again with you. ठीक है ना कि ਅਸੀਂ ਹੁਣ ਯੂਨਿਟ 4 ਤੇ ਆ ਸੋ ਇਨ ਮਾਈ ਲਾਸਟ ਵੀਡੀਓ ਅਸੀਂ ਯੂਨਿਟ 2 ਨੂੰ ਕਵਰ ਕੀਤਾ ਸੀਗਾ ਸੋ ਅਸੀਂ ਇਹਦੇ 'ਚ ਯੂਨਿਟ 4 ਹੁਣ ਅੱਜ ਕਵਰ ਕਰਾਂਗੇ ਠੀਕ ਹੈ ਜੀ ਯੂ ਕੈਨ ਸੀ ਕਿ IPR ਆਫ ਆਰਗੇਨਾਈਜੇਸ਼ਨ ਐਂਡ ਕਸਟਮਰ ਇਹ IPR ਆਫ ਆਰਗੇਨਾਈਜੇਸ਼ਨ ਔਰ ਕਸਟਮਰ ਕੀ ਹੈ ठीक है सो ब्रीफ जी इंट्रोडक्शन मैं आप दी और स्किल इंडिया का मोटो जोड़ा तुहाडे नाल शेयर कर लेना एक बार दोबारा तो ठीक है सो स्किल इंडिया का मोटो जो है वो यही है कि जोड़ा साडे विद्यार्थी हैं जो भी साडे स्टूडेंट्स हैं वो सारे नूं स्किल्ड कर देना सो दैट दे कैन डू देयर ऑन वर्क और दे कैन हैव अ गुड पोटेंशियल इन देयर वर्क वो अपने वर्क ਦੇ ਵਿੱਚ ਬਹੁਤ ਹੀ ਜ਼ਿਆਦਾ ਪੋਟੈਂਸ਼ੀਅਲ ਜਿਹੜਾ ਹੈ ਉਹ ਹਾਸਿਲ ਕਰ ਸਕਣ ਆਈ ਐਮ ਸੁਰਿੰਦਰ ਕੁਮਾਰ ਰਾਈਟ ਨਾਓ working as a vocational trainer in government senior secondary school town hall ਅੰਮ੍ਰਿਤਸਰ ਸੋ ਅੰਮ੍ਰਿਤਸਰ 'ਚ ਮੈਂ ਵਰਕ ਕਰਦਾ ਹਾਂ ਠੀਕ ਹੈ ਜੀ ਸੋ ਅੱਜ ਦਾ ਅਸੀਂ ਇਹ ਜਿਹੜਾ ਚੈਪਟਰ ਹੈ IPR ਇਹਨੂੰ ਅਸੀਂ ਪੜ੍ਹਾਂਗੇ ਮੇਰੇ ਨਾਲ ਤੁਸੀਂ ਰਹਿਣਾ ਹੈ ਥੋੜ੍ਹਾ ਜਿਹਾ ਅਲਰਟ ਔਰ ਇਸ ਨੂੰ ਅਸੀਂ ਅੱਗੇ ਅਗਲੀ ਨੈਕਸਟ ਸਲਾਈਡ ਤੋਂ ਵੇਖਦੇ ਹਾਂ ਕਿ ਕੀ ਹੈ IPR ਔਰ ਠੀਕ ਹੈ ਕੀ ਚੀਜ਼ ਹੈ ਸੋ ਐਕਚੁਅਲੀ ਇਹ ਥੋੜ੍ਹਾ ਜਿਹਾ ਨਾ ਸਟਾਰਟ ਕਰਨ ਤੋਂ ਪਹਿਲਾਂ ਇੰਟਲੈਕਚੁਅਲ ਪ੍ਰੋਪਰਟੀ ਇਹ ਸਟਾਰਟ ਕਰਨ ਤੋਂ ਪਹਿਲਾਂ ਜਿਹੜਾ ਹੈ ਮੈਂ ਤੁਹਾਡੇ ਨਾਲ ਇਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ कि this is a mixture of management and hospitality industry ठीक है management and hospitality industry actually ਇਹ ਇੱਕ ਜਿਹੜਾ ਟੌਪਿਕ ਹੈ ਨਾ ਇੰਟੈਲੈਕਚੁਅਲ ਪ੍ਰੋਪਰਟੀ ਕੀ ਹੁੰਦਾ ਮੇਰਾ ਆਪ ਦੀ ਚੀਜ਼ ਇੰਟੈਲੈਕਚੁਅਲ ਮਤਲਬ ਦਿਮਾਗ ਨਾਲ ਬਣਾਈ ਹੋਈ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਠੀਕ ਹੈ ਨਾ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਮੇਰੇ ਦਿਮਾਗ ਨਾਲ ਬਣਾਈ ਹੋਈ ਮੇਰੀ ਚੀਜ਼ ਦੇ ਉੱਤੇ ਮੇਰੇ ਹੱਕ ਇਸ ਨੂੰ ਅਸੀਂ IPR ਕਹਿ ਦਿੰਦੇ ਹਾਂ ਇਹਨੂੰ ਅਸੀਂ ਅੱਗੇ ਅੱਗੇ ਵੇਖਦੇ ਹਾਂ ਲੇਕਿਨ ਮੈਂ ਜਿਹੜਾ ਇਸ ਵੇਲੇ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ ਹਾਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਇਹ ਜਿਹੜਾ ਟੌਪਿਕ ਹੈ ਕਿਉਂਕਿ ਕਈ ਬੱਚੇ ਦੇ ਦਿਮਾਗ 'ਚ ਇਹ ਆ ਸਕਦਾ ਕਿ ਸਰ ਇਹ ਟੂਰਿਜ਼ਮ ਦਾ ਟੌਪਿਕ ਹੈਗਾ ਹੈ ਜਾਂ ਸਰ ਇਹ ਹੋਟਲ ਮੈਨੇਜਮੈਂਟ ਦਾ ਟੌਪਿਕ ਹੈ ਕਿਉਂਕਿ ਅਸੀਂ ਯੂਨਿਟ 2 'ਚ ਟੂਰਿਜ਼ਮ ਵੀ ਕਵਰ ਕੀਤਾ ਅਸੀਂ F&B ਵੀ ਕਵਰ ਕੀਤਾ ਔਰ ਅਸੀਂ ਹੌਸਪੀਟੈਲਿਟੀ ਨੂੰ ਵੀ ਸਮਝ ਲਿਆ ਹੈ ਲੇਕਿਨ ਅੱਜ ਜਿਹੜਾ ਟੌਪਿਕ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਇਹ ਹੋਟਲ ਹੈ ਹੋਟਲ ਨੂੰ ਵੀ ਮੈਨੇਜਮੈਂਟ ਚਾਹੀਦੀ ਹੈ ਟੂਰਿਜ਼ਮ ਨੂੰ ਵੀ ਮੈਨੇਜਮੈਂਟ ਚਾਹੀਦੀ ਹੈ ਹੌਸਪੀਟੈਲਿਟੀ ਨੂੰ ਵੀ ਮੈਨੇਜਮੈਂਟ ਚਾਹੀਦੀ ਹੈ ਤਾਂ ਹੀ ਤਾਂ ਅਸੀਂ ਅੱਗੇ ਅਗਾਂਹ ਦੇ ਵਿੱਚ ਵੇਖਦੇ ਹਾਂ ਕਿ ਬੈਚਲਰ ਮਾਸਟਰ ਡਿਗਰੀ ਦੇ ਕੋਰਸਿਸ ਆ ਚੁੱਕੇ ਹੋਏ ਆ ਜਿਹਨੂੰ ਅਸੀਂ ਕਹਿ ਦਿੰਦੇ ਹੌਸਪੀਟੈਲਿਟੀ ਮੈਨੇਜਮੈਂਟ ਹੋਟਲ ਮੈਨੇਜਮੈਂਟ ਅਤੇ ਅਸੀਂ ਕਹਿ ਦਿੰਦੇ ਟੂਰਿਜ਼ਮ ਮੈਨੇਜਮੈਂਟ ਦੀਜ਼ ਆਲ ਆਰ ਦ ਕੋਰਸਿਸ ਇੰਟਰੋਡਿਊਸਡ ਬਾਈ ਦ ਗਵਰਨਮੈਂਟ ਆਫ ਇੰਡੀਆ ਰਾਈਟ ਨਾਓ ਠੀਕ ਹੈ ਨਾ ਯੂ ਕੈਨ ਸੀ ਦ IHM ਕਾਲਜਿਸ ਖੁੱਲ੍ਹੇ ਹੋਏ ਆ ਜਿਹੜੇ BSc ਇਨ ਹੌਸਪੀਟੈਲਿਟੀ ਐਂਡ ਹੋਟਲ ਐਡਮਿਨਿਸਟ੍ਰੇਸ਼ਨ ਕਰਵਾਉਂਦੇ 3 ਸਾਲ ਦਾ ਕੋਰਸ ਠੀਕ ਹੈ ਉਹ ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਹੈਗਾ ਹੈ IHM ਗੁਰਦਾਸਪੁਰ ਔਰ ਜਿਹੜਾ ਸਟੇਟ ਦਾ ਹੈ ਸੈਂਟਰ ਦਾ IHM ਗੁਰਦਾਸਪੁਰ 'ਚ ਹੈ ਜਿਹੜਾ ਸਟੇਟ ਦਾ ਹੈਗਾ ਉਹ ਬਠਿੰਡਾ ਦੇ ਵਿੱਚ ਹੈ ਸੋ ਇਹ ਸਾਰੇ ਹੀ ਸਟੱਡੀ ਕਰਵਾਉਂਦੇ ਆ ਸੋ ਮੈਂ ਤੁਹਾਡਾ ਧਿਆਨ ਇਸ ਕਰਕੇ ਇੱਥੇ ਪਾਉਣਾ ਚਾਹੁੰਦਾ ਹਾਂ ਕਿ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਮੈਨੇਜਮੈਂਟ ਆ ਇਹ ਜ਼ਰੂਰੀ ਹੈ ਜੇ ਅਸੀਂ ਇਹਨੂੰ ਨਹੀਂ ਪੜ੍ਹਾਂਗੇ ਤਾਂ ਅਸੀਂ ਮੈਨੇਜ ਨਹੀਂ ਕਰ ਪਾਵਾਂਗੇ ਇਨਫੈਕਟ ਅਗਰ ਅਸੀਂ ਇਸ ਇੰਡਸਟਰੀ ਦੀ ਗੱਲ ਨਾ ਕਰੀਏ ਤਾਂ ਹਰ ਇੱਕ ਜਗ੍ਹਾ 'ਤੇ ਹੀ ਮੈਨੇਜਮੈਂਟ ਦੀ ਜ਼ਰੂਰਤ ਹੈ ਹੀ ਸੋ ਦਿਸ ਟੋਪਿਕ ਇਜ਼ ਅ ਕੰਬੀਨੇਸ਼ਨ ਆਫ ਮੈਨੇਜਮੈਂਟ ਐਂਡ ਹੌਸਪੀਟੈਲਿਟੀ ਇੰਡਸਟਰੀ ਇੱਕ ਹੌਸਪੀਟੈਲਿਟੀ ਔਰ ਮੈਨੇਜਮੈਂਟ ਦਾ ਕੰਬੀਨੇਸ਼ਨ ਹੈਗਾ ਸੋ ਇਸ ਕੰਬੀਨੇਸ਼ਨ ਨੂੰ ਹੀ ਇਸ ਜ਼ਰੂਰਤ ਨੂੰ ਹੀ ਅਸੀਂ ਅੱਜ ਪੂਰਾ ਹੀ ਵੇਖਾਂਗੇ ਠੀਕ ਹੈ ਔਰ ਯੂਨਿਟ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਬਿਲਕੁਲ ਕੰਪਲੀਟਲੀ ਸਮਝ ਜਾਓਗੇ ਕਿ ਕਿਉਂ ਇਹਦੀ ਜਿਹੜੀ ਹੈ ਉਹ ਜ਼ਰੂਰਤ ਅੱਜ ਦੀ ਡੇਟ 'ਚ ਪੈ ਚੁੱਕੀ ਹੋਈ ਹੈ ਠੀਕ ਹੈ ਸੋ ਬਿਗਨ ਵਿਦ ਮੈਂ ਤੁਹਾਨੂੰ ਫਿਰ ਤੋਂ ਦੁਬਾਰਾ ਦੱਸ ਰਿਹਾ ਕਿ ਜਿਵੇਂ
ਇੰਟਲੈਕਚੁਅਲ ਮਤਲਬ ਕਿ ਦਿਮਾਗ ਨਾਲ ਬਣਿਆ ਹੋਇਆ ਕੁਛ ਹੈ ਨਾ, ਦਿਮਾਗ ਜਿਹਨੂੰ ਅਸੀਂ ਬਿਲਕੁਲ ਇੱਕ ਸਿੰਪਲ ਲੈਂਗੁਏਜ 'ਚ ਕਹਿ ਦਿੰਦੇ ਹਾਂ, ਮੇਰੀ ਘਾੜਤ ਜੀ, ਦਿਮਾਗ ਦੀ ਘਾੜਤ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਇੰਟਲੈਕਚੁਅਲ ਕਹਿ ਦਿੰਦੇ ਹਾਂ। ਪ੍ਰੋਪਰਟੀ ਮਤਲਬ ਮੇਰੀ ਆਪ ਦੀ ਪ੍ਰੋਪਰਟੀ, ਔਰ ਰਾਈਟਸ ਮੇਰੇ ਇੰਟਲੈਕਚੁਅਲ ਪ੍ਰੋਪਰਟੀ ਰਾਈਟ, ਜਿਹੜੇ ਮੇਰੇ ਆਪਣੇ ਰਾਈਟ ਨੇ, ਮੇਰਾ ਆਪਣਾ ਰਾਈਟ, ਮੇਰਾ ਆਪਣਾ ਹੱਕ, ਉਹ ਚੀਜ਼। ਸੋ ਇਹ ਐਗਜ਼ੈਕਟਲੀ ਕੀ ਹੈ, ਇਹਨੂੰ ਪਹਿਲਾਂ ਡੈਫੀਨੇਸ਼ਨ ਦੇ ਨਾਲ ਅਸੀਂ ਵੇਖਦੇ ਹਾਂ, ਫਿਰ ਉਸ ਤੋਂ ਬਾਅਦ ਇਸ ਨੂੰ ਅਸੀਂ ਦੇਖਾਂਗੇ ਕਿ ਇਹ ਐਗਜ਼ੈਕਟਲੀ ਹੈ ਕੀ ਚੀਜ਼ ਹੈ। IPR is a general term covering patents, copyright, trademark, industrial design, geographical indication, protection of layout design of integrated circuit and protection of undisclosed information। IPR ਵਰਡ ਦਾ ਤੁਸੀਂ ਹੁਣੇ ਮੀਨਿੰਗ ਮੈਂ ਤੁਹਾਨੂੰ ਬਿਲਕੁਲ ਸਿੰਪਲ ਲੈਂਗੁਏਜ ਵਿੱਚ ਸਮਝਾ ਦਿੱਤਾ। ਤੇ ਇਹਨੂੰ ਅਗਰ ਹੋਰ ਇਲੈਬੋਰੇਟ ਕਰੀਏ, ਇਹ ਹੈ ਕੀ ਆ, ਤੇ ਇਹ ਇੱਕ ਟਰਮ ਹੈ IPR, ਇੰਟਲੈਕਚੁਅਲ ਪ੍ਰੋਪਰਟੀ ਰਾਈਟ, ਇੱਕ ਟਰਮ ਹੈ ਜਿਹੜੀ ਅਸੀਂ ਬਿਲਕੁਲ ਸਿੰਪਲੀ ਯੂਜ਼ ਕਰ ਸਕਦੇ ਹਾਂ ਕਿਹਦੇ ਲਈ, ਪ੍ਰੋਟੈਕਸ਼ਨ ਲਈ। ਠੀਕ ਹੈ, ਪ੍ਰੋਟੈਕਸ਼ਨ ਲਈ। ਬਸ ਇਹਨੂੰ ਅਗਰ ਤੁਸੀਂ ਬਿਲਕੁਲ ਸਿੰਪਲ ਲੈਂਗੁਏਜ 'ਚ ਇਹਨੂੰ ਯਾਦ ਰੱਖਣਾ, ਮੈਂ ਆਪਣੇ IPR ਇੰਟਲੈਕਚੁਅਲ ਪ੍ਰੋਪਰਟੀ ਰਾਈਟ ਦੀ ਜਿਹੜੀ ਪ੍ਰੋਟੈਕਸ਼ਨ ਕਰਨੀ ਹੈ, ਇਹ ਉਹੀ ਚੀਜ਼ ਹੈ। ਉਹ ਕੀ ਚੀਜ਼ ਹੈ, ਤੁਸੀਂ ਤੁਹਾਡੇ ਦਿਮਾਗ ਨੇ ਜਿਸ ਵਾਲੇ ਪੁੱਛੇ ਹੋਣਗੇ ਸਰ ਉਹ ਕਿੱਦਾਂ, ਕੀ ਹਿਸਾਬ ਕਿਤਾਬ ਹੈ, ਥੋੜ੍ਹਾ ਜਿਹਾ ਹੋਰ ਐਗਜ਼ਾਮਪਲ ਦੇ ਕੇ ਸਮਝਾਓ। ਤੇ ਐਗਜ਼ਾਮਪਲ ਉਹ 'ਚ ਦਿੱਤੇ ਹੈ ਕਿ ਜਿੱਦਾਂ ਕਿਹਦੀ ਪ੍ਰੋਟੈਕਸ਼ਨ ਕਰਨੀ ਹੈ, ਜਿੱਦਾਂ ਪੇਟੈਂਟਸ ਦੀ, ਜਿੱਦਾਂ ਕਾਪੀਰਾਈਟਸ ਦੀ, ਜਿੱਦਾਂ ਟ੍ਰੇਡਮਾਰਕਸ ਦੀ, ਜਿਸ ਤਰ੍ਹਾਂ ਇੰਡਸਟਰੀਅਲ ਡਿਜ਼ਾਈਨਸ ਦੀ, ਜਿਸ ਤਰ੍ਹਾਂ ਜੋਗ੍ਰਾਫੀਕਲ ਇੰਡੀਕੇਸ਼ਨ ਦੀ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕੀ ਹੁੰਦੀਆਂ ਨੇ, ਪੇਟੈਂਟਸ ਕੀ ਹੁੰਦਾ ਸਰ, ਕਾਪੀਰਾਈਟ ਕੀ ਹੁੰਦਾ ਹੈ, ਟ੍ਰੇਡਮਾਰਕ ਕੀ ਹੁੰਦਾ ਹੈ ਨਾ, ਇਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ, ਇਹਨੂੰ ਅਸੀਂ ਅੱਗੇ ਥੋੜ੍ਹਾ ਥੋੜ੍ਹਾ ਕਰਕੇ ਵੇਖਾਂਗੇ। ਠੀਕ ਹੈ, ਦੇਖੋ ਤੁਸੀਂ ਧਿਆਨ ਨਾਲ, ਕਿਸੇ ਨੇ ਕੋਈ ਆਈਡੀਆ ਬਣਾਇਆ, ਉਹਨੂੰ ਬਾਏ ਕਰ ਲੈਣਾ, ਬਾਇੰਗ ਆਫ ਆਈਡੀਆ ਨੂੰ ਸਰਚ ਕਰਨਾ, ਥੈਫਟ ਆਫ ਆਈਡੀਆ ਮਤਲਬ ਜਿਹੜਾ ਚੋਰੀ ਕਰ ਲੈਣਾ ਕਿਸੇ ਦਾ ਆਈਡੀਆ, ਤੇ ਇਹ ਸਾਰੇ ਹੀ ਇਹਦੇ ਵਿੱਚ ਆ ਜਾਂਦੇ ਨੇ। ਆਈਡੀਆ ਦੀ ਪ੍ਰੋਟੈਕਸ਼ਨ ਕਰਨੀ, ਇਹ ਮੇਨਲੀ ਅਸੀਂ ਇਸ ਨੂੰ ਆਈਡੀਆ ਦੀ ਪ੍ਰੋਟੈਕਸ਼ਨ ਵੀ ਕਹਿ ਸਕਦੇ ਹਾਂ। ਆਈਡੀਆਜ਼ ਮਤਲਬ ਜਿਸ ਤਰ੍ਹਾਂ ਹੁਣ ਤੁਸੀਂ ਕੋਈ ਨਵੀਂ ਇਨਵੈਂਸ਼ਨ ਆਪਣੇ ਸਕੂਲ 'ਚ ਕਰ ਦਿੱਤੀ ਹੈ ਨਾ, ਜੇ ਤੁਸੀਂ ਕੋਈ ਇੱਕ ਐਸੀ ਘਰੇ ਜੜੀ ਬੂਟੀਆਂ ਦੇ ਨਾਲ ਕੋਈ ਮੈਡੀਸਨ ਬਣਾ ਦਿੱਤੀ ਕਿ ਹਾਂ ਬਈ ਇਹ ਜਿਹੜੀ ਆ ਇਹਦੇ ਨਾਲ ਫਲਾਣਾ ਬੁਖਾਰ ਠੀਕ ਹੋ ਜਾਂਦਾ ਹੈ। ਹੁਣ ਉਹ ਤੁਸੀਂ ਆਪਣੀ ਸ਼ਾਪ 'ਤੇ ਵੇਚੀ 50 ਰੁਪਏ ਦੀ, 60 ਰੁਪਏ ਦੀ, 70 ਰੁਪਏ ਦੀ, 80 ਰੁਪਏ ਦੀ। ਠੀਕ ਹੈ ਜੀ, ਅਤੇ ਉਹ ਹੁਣ ਤੁਸੀਂ ਵੇਚ ਰਹੇ ਹੋ ਨਾ ਉਸ ਨੂੰ, ਲੇਕਿਨ ਉਹੀ ਮੈਂ ਅਗਰ ਆਪਣੀ ਸ਼ਾਪ 'ਤੇ ਵੇਚਾਂਗਾ ਤਾਂ ਉਹ ਚੋਰੀ ਹੋ ਜਾਏਗੀ, ਕਿਉਂਕਿ ਉਹ ਤਾਂ ਤੁਹਾਡਾ ਆਈਡੀਆ ਹੈਗਾ ਹੈ। ਜੇ ਤੁਸੀਂ ਕਹਿ ਦਿੰਦੇ ਹੋ ਕਿ ਹਾਂ ਇਹ ਕੋਈ ਵੀ ਵੇਚ ਸਕਦਾ ਹੈ, ਫਿਰ ਉਹ ਚੋਰੀ ਨਹੀਂ ਹੈ। ਜੇ ਤੁਸੀਂ ਕਹਿੰਦੇ ਹੋ ਕਿ ਨਹੀਂ ਇਹ ਮੇਰਾ ਆਈਡੀਆ, ਮੈਂ ਕਿਸੇ ਨੂੰ ਨਹੀਂ ਦਾਂਗਾ ਅਨਟਿਲ ਔਰ ਅਨਲੈਸ ਉਹਦਾ ਕੋਈ ਪੇ ਨਾ ਕਰੇ, ਅਤੇ ਉਹ ਚੋਰੀ ਹੀ ਹੋਏਗੀ। ਸੋ ਇਹ ਆਈਡੀਆ ਦੀ ਇੱਕ ਪ੍ਰੋਟੈਕਸ਼ਨ ਕਾਨੂੰਨੀ ਤੌਰ 'ਤੇ ਕਿ ਮੇਰੇ ਆਈਡੀਆ ਨੂੰ ਚੋਰੀ ਨਹੀਂ ਕੀਤਾ ਜਾ ਸਕਦਾ, ਇਹ ਕਾਨੂੰਨੀ ਤੌਰ 'ਤੇ ਜਿਹੜੀ ਆਈਡੀਆ ਦੀ ਪ੍ਰੋਟੈਕਸ਼ਨ ਜਿਹੜੀ ਅਸੀਂ ਕਰਨੀ ਹੈ, ਇਹ ਉਹਨੂੰ ਕਹਿ ਦਿੰਦੇ ਹਾਂ। ਅਤੇ ਕਿਸ ਚੀਜ਼ਾਂ ਦੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਿਛਲੀ ਸਲਾਈਡ 'ਚ ਵੀ ਦੱਸਿਆ ਕਿ ਪੇਟੈਂਟ, ਟ੍ਰੇਡਵਰਕਸ, ਕਾਪੀਰਾਈਟ, ਇੰਡਸਟਰੀਅਲ ਡਿਜ਼ਾਈਨ, ਇਹ ਜਿਹੜੀਆਂ ਚੀਜ਼ਾਂ ਨੇ, ਇਹ ਕੀ ਚੀਜ਼ਾਂ ਹੈਗੀਆਂ, ਇਹਨੂੰ ਵੀ ਥੋੜ੍ਹਾ ਇੱਕ ਇੱਕ ਕਰਕੇ ਵੇਖਦੇ ਹਾਂ ਤਾਂ ਕਿ ਤੁਹਾਨੂੰ ਜ਼ਿਆਦਾ ਸਮਝ ਆ ਜਾਏ। ਠੀਕ ਹੈ, ਇੰਟਲੈਕਚੁਅਲ ਪ੍ਰੋਪਰਟੀ is a term referring to brand invention, design or other kind of creation which is a person, business has a legal rights। ਮੈਂ ਇਹਦੇ ਬਾਰੇ ਤੁਹਾਨੂੰ ਕਾਫੀ ਐਕਸਪਲੇਨ ਕਰ ਦਿੱਤਾ ਹੈ ਕਿ ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟ, ਇੰਡਸਟਰੀਅਲ ਡਿਜ਼ਾਈਨ, ਇਹ ਸਾਰਿਆਂ ਨੂੰ ਹੀ ਜਦੋਂ ਅਸੀਂ ਇਹਦੀ ਪ੍ਰੋਟੈਕਸ਼ਨ ਜਿਹੜੀ ਹੈ, ਇਹ ਸਾਰੇ ਆਈਡੀਆਜ਼ ਹੀ ਹੁੰਦੇ ਹੈ, ਬੰਦੇ ਦੇ ਆਈਡੀਆਜ਼ ਹੁੰਦੇ ਨੇ। ਆਈਡੀਆਜ਼ ਦੀ ਕੋਈ ਸੀਮਾ ਨਹੀਂ ਹੈ। ਠੀਕ ਹੈ, ਆਈਡੀਆਜ਼ ਦੀ ਕੋਈ ਸੀਮਾ ਨਹੀਂ ਹੈ, ਇਹ ਮੈਂ ਤੁਹਾਨੂੰ ਹੁਣ ਇਹ ਦੱਸਦਾ ਇਹਦੇ ਬਾਰੇ ਅੱਗੇ। ਠੀਕ ਹੈ, ਜਿਸ ਤਰ੍ਹਾਂ ਇਹ ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟ, ਡਿਜ਼ਾਈਨ, ਇਹਨੂੰ ਅਸੀਂ ਵੇਖਦੇ ਹਾਂ ਇਹ ਕੀ ਚੀਜ਼ ਹੈ। ਕਈ ਸਾਰੀ ਐਗਜ਼ਾਮਪਲਸ ਵੀ ਹੈਗੀਆਂ ਨੇ ਅੱਜ, ਇਫ ਯੂ ਨੋ ਦੈਟ ਕਿ
ਵਾਟ ਇਜ਼ ਪੇਟੈਂਟ, ਇਹਨੂੰ ਇਹ ਸਮਝਾਉਂਦੇ ਹੋਏ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਵੀ ਦਿੰਦਾ। Patent. A patent is a form of right granted by the government to an inventor, giving the owner the right to exclude others from making, using, selling, offering to sell, and importing an invention for limited period of time in exchange for the public disclosure of the invention. ਹੁਣ ਇਹ ਪੇਟੈਂਟ ਕੀ ਚੀਜ਼ ਹੈ? ਅਕਸਰ ਅਸੀਂ ਵਰਡ ਜਿਹੜਾ ਹੈ ਸੁਣਿਆ ਹੀ ਹੋਏਗਾ, ਪੇਟੈਂਟ। ਨਾ ਵਾਟ ਇਜ਼ ਦਿਸ ਪੇਟੈਂਟ? ਪੇਟੈਂਟ ਨੂੰ ਅਗਰ ਤੁਸੀਂ ਧਿਆਨ ਨਾਲ ਸੁਣੋ, ਇਹਦੀ ਮੈਂ ਕੁਝ ਐਗਜ਼ਾਮਪਲਸ ਦੇ ਕੇ ਤੁਹਾਨੂੰ ਸਮਝਾਉਣਾ। ਅਕਸਰ ਅਸੀਂ ਸੁਣਿਆ ਹੈਗਾ ਟਰਮਰਿਕ, ਜਿਹਨੂੰ ਹਲਦੀ ਕਹਿ ਦਿੰਦੇ। ਨਾ ਦਿਸ ਟਰਮਰਿਕ ਇਜ਼ ਇਹ ਨਾ ਸਾਡੇ ਇਜ਼ ਗਰੋਨ ਇਨ ਇੰਡੀਆ, ਇਹ ਸਾਡੇ ਇੰਡੀਆ 'ਚ ਪੈਦਾ ਹੁੰਦੀ। ਸਾਰਿਆਂ ਨੂੰ ਹੀ ਪਤਾ, ਅਸੀਂ ਘਰਾਂ 'ਚ ਯੂਜ਼ ਕਰਦੇ ਹਾਂ ਹਲਦੀ ਨੂੰ। ਤੁਸੀਂ ਦੇਖੋ ਜਦੋਂ ਆਜ਼ਾਦ ਹੋਏ ਅਸੀਂ, ਤੇ ਇਹ ਚੀਜ਼ਾਂ ਦੀ ਕਈ ਲੋਕਾਂ ਨੂੰ ਸਮਝ ਨਹੀਂ ਸੀ, ਹੈ ਨਾ। ਗਵਰਨਮੈਂਟ ਰਾਈਟ ਗਰੰਟਡ ਬਾਏ ਦਾ ਗਵਰਨਮੈਂਟ, ਹੁਣ ਇਹ ਚੀਜ਼ ਦੀ ਸਮਝ ਨਹੀਂ ਸੀ। ਤੇ ਕੀ ਹੋਇਆ, ਅਮਰੀਕਾ ਨੇ ਆਹ ਚੀਜ਼ ਪੇਟੈਂਟ ਕਰਾਈ ਹੋਈ ਹੈ। ਹੁਣ ਅਮਰੀਕਾ ਨੇ ਪੇਟੈਂਟ ਕਰਾਉਣ ਦਾ ਮਤਲਬ ਕੀ ਹੈ ਕਿ ਉਹ ਆਪਣੀ ਮੈਡੀਸਨਾਂ ਦੇ ਵਿੱਚ ਉਹ ਜਿਹੜੀ ਟਰਮਰਿਕ ਹੈਗੀ ਹੈ ਉਹ ਯੂਜ਼ ਕਰ ਲੈਂਦੇ। ਅਗਰ ਇੰਡੀਆ ਨੇ ਪੇਟੈਂਟ ਕਰਾਈ ਹੁੰਦੀ ਤੇ ਇੰਡੀਆ ਉਹਨਾਂ ਨੂੰ ਯੂਜ਼ ਨਾ ਕਰਨ ਦਿੰਦਾ, ਔਰ ਉਹਦੇ ਵਿੱਚ ਸਾਨੂੰ ਬੈਨੀਫਿਟਸ ਮਿਲਦੇ। ਅਗਰ ਉਹ ਕੋਈ ਕੰਪਨੀ ਯੂਜ਼ ਕਰਨ ਵਾਸਤੇ ਜਾਂਦੀ ਤੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਣੀ ਸੀ। ਉਹਨੂੰ ਬੋਲਦੇ ਪੇਟੈਂਟ ਕਰਾ ਲੈਣਾ। ਪੇਟੈਂਟ ਮਤਲਬ ਫਾਰਮ ਆਫ ਰਾਈਟ ਗਰੰਟਡ ਬਾਏ ਦਾ ਗਵਰਨਮੈਂਟ ਟੂ ਇਨਵੈਂਟਰ ਨੂੰ ਇੱਕ ਰਾਈਟ ਦੇ ਦੇਣਾ, ਗਿਵਿੰਗ ਦਾ ਓਨਰ ਦਾ ਰਾਈਟ ਟੂ ਐਕਸਪਲੋਰ ਅਦਰ, ਕਿ ਕੁਛ ਵੇਚਣ ਦਾ। ਮੈਂ ਕੁਛ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਹੈਗੀ ਹੈ ਕਿ ਮੈਂ ਕੁਛ ਵੀ ਵੇਚਣਾ ਹੈ, ਮੈਂ ਕੁਛ ਸੇਲ ਕਰਨਾ ਹੈ, ਤੇ ਉਹਦਾ ਜਿਹੜਾ ਸਾਰਾ ਹੀ ਰਾਈਟ ਜਿਹੜਾ ਹੈ ਉਹ ਮੇਰੇ ਕੋਲ ਆ ਜਾਣਾ। ਇਨਵੈਂਸ਼ਨ ਮੇਰੀ ਆਪ ਦੀ ਜਿਹੜੀ ਹੋਏਗੀ ਨਾ, ਉਹ ਉਹਦੇ ਉੱਤੇ। ਜਿਸ ਤਰ੍ਹਾਂ ਤੁਹਾਨੂੰ ਲੱਗਦਾ ਹੋਏਗਾ ਹਲਦੀ ਇਨਵੈਂਸ਼ਨ ਹੀ, ਲੇਕਿਨ ਹਲਦੀ ਵੀ ਇੱਕ ਇਨਵੈਂਸ਼ਨ ਹੀ, ਇੱਦਾਂ ਹੀ ਨਹੀਂ ਸਾਡੇ ਘਰਾਂ ਤੱਕ ਪਹੁੰਚ ਗਈ, ਹੈ ਨਾ। ਤੇ ਇਸ ਤਰ੍ਹਾਂ ਹੀ ਕੋਈ ਵੀ ਚੀਜ਼ ਨੂੰ ਪੇਟੈਂਟ, ਤੁਲਸੀ ਤੋਂ ਲੈ ਕੇ ਅਸੀਂ ਅੱਗੇ ਹੋਸਪਿਟੈਲਿਟੀ ਦਾ ਵੀ ਪੜ੍ਹਾਂਗੇ ਕਿ ਹੋਸਪਿਟੈਲਿਟੀ 'ਚ ਕੀ ਕੀ ਚੀਜ਼ਾਂ ਪੇਟੈਂਟ ਕਰਾ ਸਕਦੇ ਹਾਂ। ਉਹਦੇ 'ਤੇ ਮੈਂ ਅਜੇ ਨਹੀਂ ਜਾਂਦਾ, ਮੈਂ ਤੁਹਾਨੂੰ ਇੱਕ ਦੱਸਦਾ ਹੈ ਕਿ ਤੁਹਾਨੂੰ ਤੁਸੀਂ ਈਜ਼ੀ ਸਮਝ ਸਕੋ, ਠੀਕ ਹੈ ਨਾ। ਫਿਰ ਆਪਾਂ ਉਹਦੇ 'ਤੇ ਵੀ ਧਿਆਨ ਦਿੰਦੇ ਹਾਂ। ਲਾਸਟ ਸਲਾਈਡ ਵਿੱਚ ਉਹਦੇ 'ਤੇ ਵੀ ਹੈਗੀ। ਨਾ ਸੈਕਿੰਡ ਜਿਹੜਾ ਸੀਗਾ ਪੇਟੈਂਟ ਤੋਂ ਬਾਅਦ ਅਸੀਂ ਪੜ੍ਹਿਆ ਸੀ ਟ੍ਰੇਡਮਾਰਕ। ਟ੍ਰੇਡਮਾਰਕ ਇਜ਼ ਅ ਰਿਕੋਗਨਾਈਜ਼ਡ ਸਾਈਨ, ਡਿਜ਼ਾਈਨ ਔਰ ਐਕਸਪ੍ਰੈਸ਼ਨ which distinguishes product or services of a particular trader from the similar products or services of the other traders. ਇਹ ਡਿਸਟਿੰਗਿਸ਼ ਕਰਦਾ ਹੈ। ਮਤਲਬ ਟ੍ਰੇਡਮਾਰਕ ਮਤਲਬ ਮੰਨ ਲਓ ਹੁਣ ਚਿਪਸ ਹੀ ਹੈ, ਇੱਕ ਹੀ ਪ੍ਰੋਡਕਟ ਹੈਗਾ ਹੈ, ਉਹਦੀ ਇਨਵੈਂਸ਼ਨ ਕਰ ਦਿੱਤੀ ਹੋਈ ਹੈ ਕਿਸੇ ਨੇ। ਮੰਨ ਲਓ ਰੋਹਿਤ ਨਾਮ ਦੇ ਬੰਦੇ ਨੇ ਚਿਪਸ ਦੀ ਇਨਵੈਂਸ਼ਨ ਕਰ ਦਿੱਤੀ, ਹੈ ਨਾ, ਤੇ ਉਹਦਾ ਪੇਟੈਂਟ ਦੋ ਕੰਪਨੀਆਂ ਨੇ ਲੈ ਲਿਆ, ਲੇਜ਼ ਨੇ ਵੀ ਲੈ ਲਿਆ ਤੇ ਅੰਕਲ ਚਿਪਸ ਨੇ ਵੀ ਲੈ ਲਿਆ। ਬਸ ਉਹਨੂੰ ਟ੍ਰੇਡਮਾਰਕ ਦੇ ਦਿੱਤਾ, ਉਹਨੂੰ ਇੱਕ ਨੂੰ ਨਾਮ ਦੇ ਦਿੱਤਾ ਅੰਕਲ ਚਿਪਸ ਔਰ ਇੱਕ ਨੂੰ ਨਾਮ ਦੇ ਦਿੱਤਾ ਇਹੀ ਲੇਜ਼ ਦਾ। ਹੁਣ ਇੱਥੇ ਜਾਣਨ ਵਾਲੀ ਇਹ ਲੋੜ ਹੈਗੀ ਹੈ ਕਿ ਦੋਵਾਂ ਨੂੰ ਹੀ ਅੰਕਲ ਚਿਪਸ ਦਾ ਨਾਮ ਨਹੀਂ ਦਿੱਤਾ ਜਾ ਸਕਦਾ, ਉਹ ਇਲੀਗਲ ਹੈਗਾ ਹੈ, ਉੱਥੇ ਉਹ ਰਾਈਟ ਨਹੀਂ ਮਿਲਿਆ ਉਹਨਾਂ ਨੂੰ, ਠੀਕ ਹੈ ਨਾ। ਇਹਨੂੰ ਟ੍ਰੇਡਮਾਰਕ ਬੋਲ ਦਿੰਦੇ। ਪੇਟੈਂਟ ਤੋਂ ਬਾਅਦ ਟ੍ਰੇਡਮਾਰਕ ਜਿਹੜਾ ਵਰਡ ਇਹ ਹੈ ਕਿ ਦੋਵਾਂ ਬਸ ਇੱਕ ਰਿਕੋਗਨਾਈਜ਼ ਸਾਈਨ ਜਿਹੜਾ ਹੈ, ਡਿਜ਼ਾਈਨ ਔਰ ਐਕਸਪ੍ਰੈਸ਼ਨ ਜਿਹੜਾ ਹੈ, ਉਹ ਇੱਕ ਡਿਫਰੈਂਟ ਜਿਹਾ ਬਣਾ ਦੇਣਾ, ਠੀਕ ਹੈ। ਕਾਪੀਰਾਈਟ ਦੇ ਅਕਸਰ ਤੁਸੀਂ ਟੀਵੀ ਦੇ ਵਿੱਚ ਸੁਣਿਆ ਹੀ ਹੋਏਗਾ ਕਿ ਇਸ ਫਿਲਮ ਦੇ ਕਾਪੀਰਾਈਟਸ ਸਾਡੇ ਕੋਲੋਂ ਹੈ, ਠੀਕ ਹੈ। ਇਹ ਸੁਣਿਆ ਹੀ ਹੋਣਾ ਵਰਡ ਸ਼ਾਇਦ, ਮੈਨੂੰ ਲੱਗਦਾ। ਅ ਕਾਪੀਰਾਈਟ ਗਿਵਸ ਦਾ ਕ੍ਰੀਏਟਰ ਆਫ ਐਨ ਓਰੀਜਨਲ ਵਰਕ ਐਕਸਕਲੂਸਿਵ ਰਾਈਟ ਟੂ ਇਟ, ਠੀਕ। ਇਹ ਜਿਹੜਾ ਇਹਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਵੇਖਦੇ ਹਾਂ ਕੋਈ ਮੰਨ ਲਓ ਕਿ ਕੋਈ ਮੂਵੀ ਹੈ, ਫੋਰ ਐਗਜ਼ਾਮਪਲ ਕ੍ਰਿਸ਼ ਮੂਵੀ ਹੈ, ਤੇ ਉਹਦੇ ਕਾਪੀਰਾਈਟ ਜਿਹੜੇ ਅਗਰ ਉਹ ਟੀ ਸੀਰੀਜ਼ ਨੇ, ਉਹਦੇ ਕਾਪੀਰਾਈਟ ਅਗਰ ਟੀ ਸੀਰੀਜ਼ ਕੋ ਹੈ, ਤੇ ਉਹਨੂੰ ਅਗਰ ਮੈਂ ਮੰਨ ਲਓ ਕਿ ਇੱਦਾਂ ਹੀ ਪੈਨ ਡਰਾਈਵ 'ਚ ਪਾ ਕੇ ਲੋਕਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਕੋਲ 50 ਰੁਪਏ ਦੀ ਇਹ ਲੈ ਲਓ, ਕ੍ਰਿਸ਼ ਮੂਵੀ ਆਈ ਹੋਈ ਹੈ, ਤੇ ਦੈਟ ਇਜ਼ ਇਲੀਗਲ। ਉਹ ਇਲੀਗਲ ਹੈਗਾ ਹੈ। ਉਹਦੇ ਕਾਪੀਰਾਈਟਸ ਸਿਰਫ ਟੀ ਸੀਰੀਜ਼ ਕੋ ਹੈ। ਅਗਰ ਉਹ ਮੈਂ ਲੈਣੇ ਤਾਂ ਮੈਨੂੰ ਉਹਨਾਂ ਨੂੰ ਪੈਸੇ ਦੇਣੇ ਪੈਣਗੇ, ਉਹਨੂੰ ਅਸੀਂ ਕਾਪੀਰਾਈਟ ਬੋਲ ਦਿੰਦੇ ਹੈਗੇ। ਕਾਪੀਰਾਈਟ ਜਿਹੜਾ ਹੈ ਉਹ ਇਸੇ ਤਰੀਕੇ ਨਾਲ ਉਹ ਖਰੀਦਣਾ ਪੈਂਦਾ ਹੈ। ਸੋ ਟ੍ਰੇਡਮਾਰਕ ਅਲੱਗ ਹੈ, ਕਾਪੀਰਾਈਟ ਅਲੱਗ ਹੈ, ਪੇਟੈਂਟ ਅਲੱਗ ਹੈ। ਇੰਡਸਟਰੀਅਲ ਡਿਜ਼ਾਈਨ ਐਂਡ ਇੰਡਸਟਰੀਅਲ ਡਿਜ਼ਾਈਨ ਰਾਈਟ protects the visual design of
objects that are not purely utilitarian. An industrial design consists of a creation of a shape, configuration. ਇਹ ਜਿਸ ਤਰ੍ਹਾਂ LED ਬਣਦੀ ਹੈ, ਜਿਸ ਤਰ੍ਹਾਂ ਕੋਈ ਐਪਲ ਦਾ ਫ਼ੋਨ ਬਣ ਗਿਆ ਜਾਂ ਕੋਈ ਹੋਰ ਫ਼ੋਨ ਬਣ ਗਿਆ ਤਾਂ ਉਹਨਾਂ ਦੀ ਸਕਰੀਨ ਜਿਹੜੀ ਹੈ ਉਹ ਤੁਸੀਂ ਦੇਖਿਆ ਹੀ ਹੋਏਗਾ ਕਿ ਬਿਲਕੁਲ ਕਿਸੇ ਦੀ ਅੱਜ ਕੱਲ੍ਹ ਵੇਖਿਆ ਹੈਗਾ ਕਿ ਸਕਰੀਨ ਦੇ ਵਿੱਚ ਕੈਮਰਾ ਵੀ ਦਿਖਾਈ ਨਹੀਂ ਦਿੰਦਾ, ਅਤੇ ਉਹਦਾ ਪਰਟੀਕੂਲਰ ਡਿਜ਼ਾਇਨ ਜਿਹੜਾ ਹੈ ਉਹ ਇੰਡਸਟਰੀਅਲ ਡਿਜ਼ਾਇਨ ਹੋ ਗਿਆ ਨਾ, ਉਹਦਾ ਜਿਹੜਾ ਇੰਡਸਟਰੀਅਲ ਡਿਜ਼ਾਇਨ ਨੂੰ ਜਿਹੜਾ ਉਹਦਾ ਦੇਖੋ। ਇਹ ਤੁਸੀਂ ਧਿਆਨ ਦੇਣ ਵਾਲੀ ਚੀਜ਼ ਤਾਂ ਇਹ ਹੈਗੀ ਹੈ ਕਿ ਚਾਰੇ ਹੀ ਚੀਜ਼ਾਂ 'ਚ, ਪੇਟੈਂਟ 'ਚ ਵੀ, ਕਾਪੀਰਾਈਟ 'ਚ ਵੀ, ਟ੍ਰੇਡਮਾਰਕ 'ਚ ਵੀ, ਔਰ ਜਿਹੜਾ ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟ ਔਰ ਇੰਡਸਟਰੀਅਲ ਡਿਜ਼ਾਇਨ, ਇਹ ਚਾਰਾਂ 'ਚ ਹੀ ਆਈਡੀਆਜ਼ ਨੂੰ ਪ੍ਰੋਟੈਕਟ ਕੀਤਾ ਗਿਆ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੱਤੀ ਆ ਕਿ ਜਿਹੜੀ ਹੈ ਕਿ ਮੇਰੇ ਜਿੱਦਾਂ ਮੇਰੇ ਦਿਮਾਗ ਦੇ ਵਿੱਚ ਕੋਈ ਆਈਡੀਆ ਹੈਗਾ ਹੈ, ਉਹਨੂੰ ਮੈਂ ਸਟੋਰ ਕੀਤਾ ਅਤੇ ਉਹ ਚੀਜ਼ ਨੂੰ, ਠੀਕ ਹੈ। ਸੋ ਇਹ ਜਿਹੜੇ ਆਈਡੀਆਜ਼ ਹੈਗੇ ਨੇ ਇਹਨਾਂ ਨੂੰ ਮੈਂ ਸਟੋਰ ਕੀਤਾ, ਇਹੀ ਸਾਰਾ ਹੈ। ਅਤੇ ਇਹ ਸਾਰੀ ਹੀ ਆਈਡੀਆਜ਼ ਨੂੰ ਜਿਹੜਾ ਪ੍ਰੋਟੈਕਟ ਕੀਤਾ ਗਿਆ ਹੈ, ਆਈਡੀਆਜ਼ ਨੂੰ ਮੇਜਰ ਚੀਜ਼ ਹੈ, ਠੀਕ ਹੈ। ਇਹ ਤੁਸੀਂ ਧਿਆਨ ਦੇਣ ਵਾਲੀ ਚੀਜ਼ ਇਹ ਹੈਗੀ ਹੈ। ਸੋ ਜਿਹੜਾ ਇੰਡਸਟਰੀਅਲ ਪ੍ਰੋਪਰਟੀ ਰਾਈਟ ਹੈਗੇ ਨੇ ਇਹ ਦੋ ਪਾਰਟਸ ਵਿੱਚ ਡਿਵਾਈਡ ਹੋ ਜਾਂਦੇ ਨੇ, ਇੱਕ ਹੈਗਾ ਕਾਪੀਰਾਈਟ ਔਰ ਇੱਕ ਇੰਡਸਟਰੀਅਲ ਪ੍ਰੋਪਰਟੀ। ਇੱਕ ਮਤਲਬ ਕੁਝ ਇੰਡਸਟਰੀ ਨੇ ਕੁਝ ਬਣਾਇਆ ਅਤੇ ਉਹਨੂੰ ਕਾਪੀਰਾਈਟ ਕਰ ਲੈਣਾ, ਉਹਨੂੰ ਪ੍ਰੋਟੈਕਟ ਕਰਨਾ, ਔਰ ਇੱਕ ਕਾਪੀਰਾਈਟ ਕਰਨਾ। ਇਹ ਦੋਵਾਂ 'ਚ ਕੀ ਅੰਤਰ ਹੈਗਾ ਹੈ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਪਹਿਲਾਂ ਇੱਦਾਂ ਹੀ ਇੱਕ ਦੇਖੋ, ਇੰਡਸਟਰੀ ਦੀ ਜਦੋਂ ਗੱਲ ਕਰਦੇ ਨਾ ਉਦੋਂ ਇੱਕ ਸਿੰਗਲ ਇਨਵੈਂਸ਼ਨ ਨਹੀਂ ਹੁੰਦੀ, ਉਦੋਂ ਉਹਨਾਂ ਨੇ ਨਾ ਰਿਸਰਚ ਡਿਵੈਲਪਮੈਂਟ R&D ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਖੋਲ੍ਹੇ ਹੁੰਦੇ ਆ। ਜਿਸ ਤਰ੍ਹਾਂ ਕੋਈ ਵੀ ਫਾਰਮਾਸਿਊਟੀਕਲ ਕੰਪਨੀਆਂ ਨੇ, ਕੋਈ ਵੀ ਹੋਟਲ ਹੈਗੇ, ਉਹਨਾਂ ਨੇ ਆਪਣੀ ਇੱਕ ਨਵੀਂ ਡਿਸ਼ ਤਿਆਰ ਕਰਨ ਦੇ ਹੀ ਅੱਜ ਕੱਲ੍ਹ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਖੋਲ੍ਹੇ। ਹੋਟਲਾਂ 'ਚ ਤਾਂ ਚਲੋ ਇਹ ਘੱਟ ਹੀ ਦਿਸੇਗੀ ਤੁਹਾਨੂੰ ਚੀਜ਼, ਲੇਕਿਨ ਜਿੱਦਾਂ ਮੈਂ ਉਦਾਹਰਨ ਦੇ ਰਿਹਾ ਕਿ ਫਾਰਮਾਸਿਊਟੀਕਲ ਇੰਡਸਟਰੀ, ਦਵਾਈਆਂ ਵਾਲੀਆਂ ਕੰਪਨੀਆਂ, ਤਾਂ ਉਹਨਾਂ 'ਚ ਤੁਹਾਨੂੰ ਆਮ ਹੀ ਦਿਸੇਗੀ ਕਿ ਇਹ ਚੀਜ਼ਾਂ ਖੁੱਲ੍ਹ ਚੁੱਕੀਆਂ ਹੋਈਆਂ। ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਬਹੁਤ ਜ਼ਿਆਦਾ ਖੁੱਲ੍ਹ ਚੁੱਕੇ ਹੋਏ ਆ, ਠੀਕ ਹੈ। ਉਹ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ, ਅਤੇ ਉਹ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ 'ਚ ਇੱਕ ਜਾਣਾ ਨਹੀਂ ਰਿਸਰਚ ਕਰਦਾ ਮਿਲ ਕੇ, ਉਹਦੇ 'ਚ 4-5 ਜਾਣੇ ਕਰਦੇ ਆ, ਅਤੇ ਉਹ ਜਿਹੜੇ ਆ ਉਹ ਇੰਡਸਟਰੀਅਲ ਡਿਜ਼ਾਇਨ ਗਿਣੇ ਜਾਂਦੇ ਆ। ਕਾਪੀਰਾਈਟ 'ਚ ਆਪਣਾ ਇੰਡੀਵਿਜੂਅਲ ਵੀ ਹੋ ਸਕਦਾ। ਸੋ ਦੋਵਾਂ ਦੇ ਵਿੱਚ ਡਿਵਾਈਡ ਹੁੰਦਾ ਹੈ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ, ਕਾਪੀਰਾਈਟ ਐਂਡ ਰਾਈਟ ਰਿਲੇਟਡ ਟੂ ਕਾਪੀਰਾਈਟ, ਔਰ ਇੱਕ ਇੰਡਸਟਰੀਅਲ ਡਿਜ਼ਾਇਨ। ਕਾਪੀਰਾਈਟ ਐਂਡ ਰਾਈਟ ਰਿਲੇਟਡ ਟੂ ਕਾਪੀਰਾਈਟ ਕੀ ਚੀਜ਼ ਹੈ? ਦ ਰਾਈਟਸ ਆਫ ਆਥਰ ਆਫ ਲਿਟਰਰੀ ਐਂਡ artistic work such as books and other writing, musical composition, painting, sculpture, computer programs and films are protected by copyright for minimum period of 50 ਸਾਲ। 50 ਸਾਲ ਤੱਕ ਜਾਂ ਔਥਰ ਦੇ ਮਰਨ ਤੱਕ ਅਗਰ ਕੋਈ ਮੈਂ ਬੁੱਕ ਛਾਪਦਾ ਹੈ, ਅਗਰ ਕੋਈ ਮੈਂ ਮੂਵੀ ਬਣਾਉਂਦਾ ਅਤੇ ਉਹਦਾ ਕਾਪੀਰਾਈਟ ਮੇਰੇ ਕੋਲੋਂ ਹੀ ਹੈ। ਜਦੋਂ ਮੈਂ ਮਰ ਗਿਆ ਜਾਂ ਜਦੋਂ 50 ਸਾਲ ਹੋ ਗਏ ਫਿਰ ਉਹਦੇ ਕਾਪੀਰਾਈਟ ਮੇਰੇ ਕੋਲੋਂ ਨਹੀਂ ਰਹਿਣਗੇ, ਉਹ ਗਵਰਨਮੈਂਟ ਕੋਲ ਚਲੇ ਜਾਣਗੇ, ਲੇਕਿਨ ਉਹਦੇ 50 ਸਾਲ ਤੱਕ ਕਾਪੀਰਾਈਟ ਮੇਰੇ ਕੋਲੋਂ ਹੀ ਹੈਗੇ ਨੇ, ਠੀਕ ਹੈ ਜੀ। ਉਹਦੇ 50 ਸਾਲ ਦੇ ਕਾਪੀਰਾਈਟ ਮੇਰੇ ਕੋਲ। ਇਹ ਸੀਗਾ ਸਾਡਾ ਪਹਿਲਾ, ਜਦੋਂ ਦੋਵਾਂ 'ਚ ਡਿਵਾਈਡ ਹੁੰਦਾ। ਸੈਕਿੰਡ, ਇੰਡਸਟਰੀਅਲ ਪ੍ਰੋਪਰਟੀ। Industrial property can be divided into two main areas. ਕਿਹੜੇ ਦੋ main areas? Protection of distinctive signs in a particular trademark and geographic indication. Trademarks distinguish the goods or services of one undertaking from other undertaking. ਤੇ ਜੀ ਆ geographical indication, ਠੀਕ ਹੈ। ਇੰਡਸਟਰੀਅਲ ਪ੍ਰੋਪਰਟੀ ਕੈਨ ਬੀ ਡਿਵਾਈਡਡ ਇੰਟੂ ਟੂ ਮੇਨ ਏਰੀਆਜ਼। ਇੱਕ ਤਾਂ ਸਾਈਨ ਔਰ ਇੱਕ GI ਵਿੱਚ। ਇਹ GI ਕੀ ਚੀਜ਼ ਹੈਗੀ ਹੈ ਥੋੜ੍ਹਾ ਜਿਹਾ ਪਹਿਲਾਂ ਮੈਂ ਦੱਸ ਦਿੰਦਾ, ਇਸ ਤੋਂ ਪਹਿਲਾਂ ਨਹੀਂ ਕਲੀਅਰ ਹੋ ਸਕਦਾ ਤੁਹਾਡਾ ਅਦਰਵਾਈਜ਼, ਠੀਕ ਹੈ। GI ਕੀ ਹੈ? GI ਹੁੰਦਾ ਹੈ
ਇਹ ਅਕਸਰ ਜੀਕੇ ਦੇ ਵਿੱਚ ਵੀ ਕਾਫੀ ਕੁਐਸਚਨ ਪੁੱਛਿਆ ਜਾਂਦਾ GI ਜੀਓਗ੍ਰਾਫੀਕਲ ਇੰਡੀਕੇਸ਼ਨਸ। ਦੇਖੋ ਜੀਓਗ੍ਰਾਫੀਕਲ ਇੰਡੀਕੇਸ਼ਨ ਕੀ ਹੁੰਦਾ ਹੈ ਕਿ ਉਹ ਤੇ ਕਾਪੀਰਾਈਟ ਹੋ ਗਿਆ ਨਾ, ਜਿਹੜਾ ਡਿਵਾਈਡ ਕੀਤਾ ਸੀ ਪੜ੍ਹਿਆ। ਜੀਓਗ੍ਰਾਫੀਕਲ ਇੰਡੀਕੇਸ਼ਨਸ ਹੁੰਦਾ ਜਿਵੇਂ ਕਿ ਮੰਨ ਲਓ ਕਿ ਅਸਮ ਦੇ ਵਿੱਚ ਕੋਈ ਆਪਣੇ ਤਰ੍ਹਾਂ ਦਾ ਹੀ ਪੱਥਰ ਬਣਿਆ ਜਾਂ ਇਸ ਤਰ੍ਹਾਂ ਦਾ ਹੀ ਕਿਤੇ ਹੋਰ ਕਲਚਰ, ਜਿਸ ਤਰ੍ਹਾਂ ਮੰਨ ਲਓ ਕਿ ਪੰਜਾਬ ਦੇ ਵਿੱਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਮਸ਼ਹੂਰ ਹੈਗੀ ਹੈ, ਅਤੇ ਇਹਨੂੰ GI ਟੈਗ ਮਿਲ ਸਕਦਾ, ਅਜੇ ਨਹੀਂ ਮਿਲਿਆ ਹੋਇਆ ਵੈਸੇ, ਲੇਕਿਨ ਇਹਨੂੰ ਮਿਲ ਸਕਦਾ ਹੈ। ਠੀਕ ਹੈ, ਇਸ ਤਰ੍ਹਾਂ ਹੀ ਅਸਮ ਦੇ ਵਿੱਚ, ਇਸ ਤਰ੍ਹਾਂ ਗੁਜਰਾਤ ਦੇ ਵਿੱਚ ਇਹਨਾਂ ਦੇ ਨਾ ਆਪਣੇ ਹੀ ਜਿਓਗ੍ਰਾਫੀਕਲੀ ਕੁਝ ਚੀਜ਼ਾਂ ਬਣੀਆਂ ਹੋਈਆਂ ਜਿਹੜੀਆਂ ਸਿਰਫ ਉੱਥੇ ਹੀ ਪਾਈਆਂ ਜਾਂਦੀਆਂ, ਹੋਰ ਕਿਤੇ ਹੀ ਨਹੀਂ ਪਾਈਆਂ ਜਾਣਗੀਆਂ ਦੁਨੀਆ 'ਚ। ਉਹ ਵੀ ਇੰਡਸਟਰੀਅਲ ਪ੍ਰੋਪਰਟੀ ਦੇ ਵਿੱਚ ਹੀ ਆ ਜਾਂਦਾ ਹੈ। ਠੀਕ ਹੈ, ਅਤੇ ਜਿਹੜਾ ਸਰਵਿਸਿਜ਼ ਅੰਡਰਟੇਕ ਕਰਨਾ ਉਹ ਵੀ ਇਹਦੇ 'ਚ ਹੀ ਆ ਜਾਂਦਾ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਈਨ ਵਗੈਰਾ। ਸੋ ਇਹ ਦੋਵਾਂ ਚੀਜ਼ਾਂ 'ਚ ਡਿਵਾਈਡ ਹੋ ਜਾਂਦਾ ਹੈ। ਇਹ ਜਿਹੜਾ ਅਸੀਂ ਹੁਣੇ ਪਿੱਛੇ ਪੜ੍ਹ ਕੇ ਆਏ ਹਾਂ ਕਿ ਕਾਪੀਰਾਈਟ ਪੇਟੈਂਟ ਦੇਖੀਏ ਧਿਆਨ ਨਾਲ, ਤੇ ਪ੍ਰੋਟੈਕਟ ਫੰਕਸ਼ਨ ਆਫ ਸਵਾਈਪ ਫੀਚਰ ਔਨ ਆਈਫੋਨ। ਦੇਖੋ ਇਹ ਜਿਸ ਤਰ੍ਹਾਂ ਹੁਣ ਐਗਜ਼ਾਮਪਲ ਦੇ ਨਾਲ ਵੀ ਇੱਥੇ ਜੇ ਕਿਸੇ ਨੂੰ ਪਿੱਛੇ ਕਨਫਿਊਜ਼ਨ ਹੋਈ ਹੋਏਗੀ ਤੇ ਇਹ ਐਗਜ਼ਾਮਪਲ ਦੇ ਨਾਲ ਵੀ ਅਸੀਂ ਇਸ ਚੀਜ਼ ਨੂੰ ਸਮਝ ਲਿਆ ਕਿ ਆਈਫੋਨ ਦਾ ਜਿਹੜਾ ਡਿਜ਼ਾਈਨ ਹੈਗਾ ਉਹਦੇ ਆਈਫੋਨ ਡਿਜ਼ਾਈਨ ਉਹ ਪੇਟੈਂਟ ਕਰ ਲਿਆ ਆਈਫੋਨ ਕੰਪਨੀ ਨੇ, ਉਹਨੂੰ ਅਸੀਂ ਪੇਟੈਂਟ ਕਹਿ ਦਿੰਦੇ। ਟ੍ਰੇਡਮਾਰਕ ਮਤਲਬ ਜਿਹੜਾ ਪ੍ਰੋਟੈਕਟ ਬ੍ਰਾਂਡ, ਐਪਲ ਫॉर ਸੈੱਲ ਫੋਨਸ, ਉਹ ਬ੍ਰਾਂਡ ਨੂੰ ਹੀ ਨੇ ਕਿ ਇਹ ਐਪਲ ਉਪਲ ਹੁਣ ਮੈਂ ਹੀ ਲਿਖਣਾ ਜੀ। ਠੀਕ ਹੈ, ਟ੍ਰੇਡਮਾਰਕ ਸੀਕਰੇਟਸ, ਨਿਊ ਇਨਵੈਂਸ਼ਨ, ਕੋਕ ਫਾਰਮੂਲਾ ਜਿਹੜੇ ਉਹਦੇ 'ਚ ਸੋਫਟਵੇਅਰ ਹੋਣਗੇ ਉਹ ਸਭ ਕੁਛ। ਠੀਕ ਹੈ, ਪ੍ਰੋਟੈਕਟ ਵਰਕਸ ਫॉर ਆਥਰਸ਼ਿਪ। ਕਾਪੀਰਾਈਟ ਮਤਲਬ ਮੂਵੀਜ਼, ਡਰਾਇੰਗ, ਜਿੱਦਾਂ ਮੈਂ ਐਗਜ਼ਾਮਪਲ ਦੇ ਨਾਲ ਵੀ ਤੁਹਾਨੂੰ ਸਮਝਾਇਆ ਕਿ ਇਹ ਸਾਰਿਆਂ ਨੂੰ ਹੀ ਪ੍ਰੋਟੈਕਟ ਕਰਨਾ। ਹੁਣ ਇਹ ਚੀਜ਼ ਦੀ ਵੀ ਨਾ ਜ਼ਰੂਰਤ ਹੈਗੀ ਹੈ ਕਿ ਇਹ ਚੀਜ਼ ਕਿਉਂ ਸਾਨੂੰ ਜਿਹੜਾ IPR ਚਾਹੀਦਾ ਆ, ਇੰਟਲੈਕਚੁਅਲ ਪ੍ਰੋਪਰਟੀ ਰਾਈਟ ਜਿਹੜਾ ਆ ਉਹ ਸਾਨੂੰ ਕਿਉਂ ਜ਼ਰੂਰੀ ਆ, ਇਹ ਵੀ ਚੀਜ਼ ਸਮਝਣੀ ਪਏਗੀ। ਦੇਖਦੇ ਪਹਿਲਾ ਹੈ ਪਾਇਰੇਸੀ। ਨੀਚੇ ਵੇਖੋ, ਪਾਇਰੇਸੀ ਐਨ ਅਨਆਥੋਰਾਈਜ਼ਡ ਕਾਪਿੰਗ, ਯੂਜ਼, reproduction, distribution or material protection by intellectual property rights। ਪਾਇਰੇਸੀ ਮਤਲਬ ਚੋਰੀ ਕਰ ਲੈਣੀ, ਮੇਰੇ ਆਈਡੀਆਜ਼ ਨੂੰ ਅਗਰ ਚੋਰੀ ਕੋਈ ਕਰ ਲੈਂਦਾ ਹੈ, ਜਿਸ ਤਰ੍ਹਾਂ ਹੁਣ ਮੰਨ ਲਓ ਕੋਈ ਮੂਵੀ ਹੀ ਬਣਦੀ ਹੈ ਅਤੇ ਉਹ ਅਗਰ ਸਿਨੇਮਾ ਹਾਲ ਥੀਏਟਰ ਵਗੈਰਾ 'ਚ ਵਿਖਾਈ ਜਾਂਦੀ ਹੈ ਅਤੇ ਅਫਕੋਰਸ ਉਹਦੀ ਕਮਾਈ ਹੁੰਦੀ ਹੈ ਇੱਕ ਕੰਪਨੀ ਨੂੰ, ਜਿਹੜਾ ਉਹ ਕੰਪਨੀ ਨੇ ਉਹਦੇ 'ਤੇ ਪੈਸਾ ਲਗਾਇਆ ਹੁੰਦਾ। ਪਰ ਜੇ ਮੈਂ ਉਹਨੂੰ ਇੱਦਾਂ ਹੀ ਵਿਖਾਈ ਜਾਵਾਂ ਉਹਦੇ ਬਿਨਾਂ ਖਰੀਦੇ ਹੋਏ ਕੰਪਨੀ ਕੋਲੋਂ, ਅਤੇ ਉਹ ਅਫਕੋਰਸ ਉਹਦਾ ਨੁਕਸਾਨ ਹੀ ਮਤਲਬ ਕੰਪਨੀ ਨੂੰ, ਉਹ ਤਾਂ ਫਿਰ ਫਾਇਦਾ ਥੋੜ੍ਹੀ ਨਾ ਹੋਇਆ, ਉਹ ਪਾਇਰੇਟਡ ਹੋਏਗਾ ਨਾ। ਕਾਊਂਟਰਫੇਟਿੰਗ, the manufacture, importation, distribution and sale of good which falsely carrying the trademark of a genuine product without permission। ਤੁਸੀਂ ਵੇਖਿਆ ਹੋਏਗਾ ਕਿ ਅਸੀਂ ਅਕਸਰ ਕਹਿ ਦਿੰਦੇ ਹਾਂ ਚਾਈਨਾ ਦਾ ਐਪਲ ਫੋਨ ਹੈਗਾ, ਉਹਨੂੰ ਕਾਊਂਟਰਫੇਟਿੰਗ ਕਹਿ ਦਿੰਦੇ ਹੈਗੇ। ਕਾਊਂਟਰਫੇਟਿੰਗ ਇਹੀ ਚੀਜ਼ ਹੁੰਦੀ ਹੈ ਕਿ ਐਂ ਨਕਲੀ ਜੇ ਸਾਈਨ ਸੂਈਨ ਲਗਾ ਕੇ ਵੇਚੀ ਜਾਣਾ, ਨਕਲੀ ਸਭ ਕੁਛ ਕਹਿ ਕੂ ਕੇ ਵੇਚੀ ਜਾਣਾ, ਉਹਨੂੰ ਕਾਊਂਟਰਫੇਟਿੰਗ ਬੋਲ ਦਿੰਦੇ। ਠੀਕ ਹੈ ਜੀ, ਕਾਊਂਟਰਫੇਟਿੰਗ ਔਰ ਪਾਇਰੇਸੀ ਜਿਹੜੀ ਹੈ ਡੇ ਬਾਈ ਡੇ ਬੜੀ ਵੱਧ ਗਈ ਆ, ਇਸ ਕਰਕੇ ਇਹਦੀ ਜ਼ਰੂਰਤ ਪਈ ਹੈ। ਸੋ ਇਹਨੂੰ ਬੋਲਦੇ ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ। ਮਤਲਬ ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ ਵਧਣ ਕਰਕੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਦੀ ਜ਼ਰੂਰਤ ਪਈ ਹੈ ਸਾਨੂੰ। ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ ਵਧੇ ਨਾ ਤਾਂ ਹੀ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਦੀ ਜ਼ਰੂਰਤ ਪਈ ਹੈ। ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ ਵਧੇ ਹੈ ਤਾਂ ਹੀ ਇੰਟਲੈਕਚੁਅਲ ਪ੍ਰੋਪਰਟੀ ਰਾਈਟ। ਵੀਡੀਓ ਕਲਾਸ ਲੈ ਰਹੇ ਆਨਲਾਈਨ ਕਈ, ਅਤੇ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਜਿਹੜੇ ਨੇ ਉਹ ਵਧੇ ਆ। ਠੀਕ ਹੈ ਜੀ, ਅਤੇ ਇਸ ਕਰਕੇ ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ, ਇਨਵੈਂਸ਼ਨਸ, ਪੇਟੈਂਟਸ, ਟ੍ਰੇਡਮਾਰਕਸ, ਇੰਡਸਟਰੀਅਲ ਡਿਜ਼ਾਈਨ, ਜਿਓਗ੍ਰਾਫੀਕਲ ਇੰਡੀਕੇਸ਼ਨ ਮੈਂ ਪਹਿਲਾਂ ਹੀ ਦੱਸ ਚੁੱਕਿਆ, ਕਾਪੀਰਾਈਟ, ਇਹ ਸਭ ਕੁਛ ਹੀ ਮੈਂ ਦੱਸ ਚੁੱਕਿਆ ਪਹਿਲਾਂ ਹੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ। ਵਟ ਇਜ਼ ਦ ਨੀਡ ਆਫ IPR? What is the need of IPR? Encourage innovation,
ਹੁਣ IPR ਦੀ ਜ਼ਰੂਰਤ ਇਸ ਕਰਕੇ ਹੈਗੀ ਆ ਕਿਉਂਕਿ ਜੇ ਕਾਪੀ ਇੰਟੈਲੈਕਚੁਅਲ ਪ੍ਰੋਪਰਟੀ ਕ੍ਰਾਈਮ ਵਧਣਗੇ ਤੇ ਪ੍ਰੋਬਲਮਾਂ ਹੋਣਗੀਆਂ। ਅਗਰ ਉਹ ਘਟਣਗੇ ਤੇ ਕੀ ਹੋਏਗਾ? ਐਨਕਰੇਜ ਇਨੋਵੇਸ਼ਨ ਨੂੰ ਵਧਾਵਾ ਮਿਲੇਗਾ, ਹੋਰ ਇਨੋਵੇਸ਼ਨਾਂ ਕਰੋ। ਕਿਉਂਕਿ ਜਦੋਂ ਇਨੋਵੇਸ਼ਨ ਕਿਸੇ ਨੂੰ ਕੋਈ ਕਰੇਗਾ ਔਰ ਉਹਨੂੰ ਦਾ ਬੈਨੀਫਿਟ ਮਿਲੇਗਾ ਤੇ ਅਫਕੋਰਸ ਉਹ ਜਿਹੜਾ ਹੈ ਕਿ ਉਹ ਨਾ ਉਹਦੇ ਬੈਨੀਫਿਟ ਦੇ ਵਿੱਚ ਉਹ ਕਿਤੇ ਨਾ ਕਿਤੇ ਉਹਨੂੰ ਬੈਨੀਫਿਟ ਮਿਲੇਗਾ ਤੇ ਉਹ ਅੱਗੇ ਫਿਰ ਵਧੇਗਾ ਹੀ ਨਾ। ਇਕਨੋਮਿਕ ਗਰੋਥ, ਠੀਕ ਹੈ, ਇਕਨੋਮਿਕ ਗਰੋਥ ਵੀ ਹੋਏਗੀ। ਜਿਸ ਤਰ੍ਹਾਂ ਮੈਂ ਕਈ ਐਗਜ਼ਾਮਪਲਾਂ ਪਿੱਛੇ ਦਿੰਦਾ ਆਇਆ ਕਿ ਨੁਕਸਾਨ ਹੋ ਜਾਂਦਾ ਕੰਪਨੀ ਨੂੰ ਵੀ ਤੇ ਆਮ ਬੰਦੇ ਨੂੰ ਵੀ। ਜਿਸ ਤਰ੍ਹਾਂ ਇੱਕ ਦੇਸ਼ ਦੀ ਵੀ ਐਗਜ਼ਾਮਪਲ ਦੇ ਕੇ ਆਇਆ ਮੈਂ ਪਿੱਛੋਂ ਦੀ ਕਿ ਟਰਮਰਿਕ ਨੂੰ ਪੇਟੈਂਟ ਕਰ ਲਿਆ ਗਿਆ ਤੇ ਉਹ ਅਮਰੀਕਾ ਨੇ, ਹੈ ਨਾ। ਉਸ ਤਰ੍ਹਾਂ ਹੀ ਉਹ ਇਕੋਨਮੀ ਨੂੰ ਜਿਹੜਾ ਹੈ ਉਹ ਨੁਕਸਾਨ ਹੁੰਦਾ ਹੈ। ਸੋ ਐਨਕਰੇਜ ਇਨੋਵੇਸ਼ਨ, ਇਕਨੋਮਿਕ ਗਰੋਥ, ਸੇਫਗਾਰਡ ਦਾ ਰਾਈਟ ਆਫ ਕ੍ਰੀਏਟਰਸ, ਜਿਹੜਾ ਹੈ ਉਹ ਸੇਫ ਰਹੇਗਾ। ਕ੍ਰੀਏਟਰ ਜਿਹੜਾ ਹੈ ਉਹ ਕੱਲ੍ਹ ਨੂੰ ਉਹਦੇ ਕੋਈ ਐਕਸ਼ਨ ਜਿਹੜਾ ਲੀਗਲ ਜ਼ਿੰਦਗੀ ਦੇ ਵਿੱਚ ਕੁਛ ਵੀ ਹੈਗਾ ਸਿਸਟਮ ਉਸ ਤਰੀਕੇ ਨਾਲ ਚੱਲਣਾ ਹੋਏ ਤੇ ਉਹ ਜਿਹੜਾ ਸਾਰਾ ਸਿਸਟਮ ਬਣਿਆ ਰਹੇਗਾ। ਅਦਰਵਾਈਜ਼ ਤੇ ਬਹੁਤ ਮੁਸ਼ਕਿਲ ਹੋ ਜਾਏਗੀ। ਠੀਕ ਹੈ ਜੀ, ਇਹ ਜ਼ਰੂਰਤ ਹੈਗੀ ਹੈ ਇਸ ਵੇਲੇ ਦੀ ਕਿ ਜਿਹੜਾ ਹੈ ਕਿ ਇੱਕ ਸਲਾਈਡ ਮੈਂ ਇਹਦੇ 'ਚ ਅਜੇ ਐਡ ਨਹੀਂ ਕੀਤੀ, ਲੇਕਿਨ ਉੱਦਾਂ ਹੀ ਮੈਂ ਤੁਹਾਨੂੰ ਦੱਸ ਦਿੰਦਾ ਯੂਰਪ ਤੋਂ ਲੈ ਕੇ ਅਮਰੀਕਾ ਤੋਂ ਲੈ ਕੇ ਉਹਨਾਂ ਦੇ ਤਕਰੀਬਨ ਕਿੰਨਾ ਹੀ ਹਰ ਸਾਲ ਦਾ ਜਿਹੜਾ ਪੈਸਾ ਹੈਗਾ ਆ, ਜਿਹੜਾ ਕ੍ਰਾਈਮ ਹੈ ਉਹ ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ 'ਚ ਹੀ ਚਲਾ ਜਾਂਦਾ ਹੈ। ਮਤਲਬ ਇਹਦਾ ਹੀ ਨੁਕਸਾਨ ਉਸ ਦੇਸ਼ ਨੂੰ ਜਾਂ ਇੰਡੀਆ ਨੂੰ, ਇਨਫੈਕਟ ਇੰਡੀਆ ਵਰਗੀ ਕੰਟਰੀਆਂ 'ਚ ਤਾਂ ਬਹੁਤ ਜ਼ਿਆਦਾ ਹੈਗਾ ਹੈ ਕਿ ਜਿਹਨੂੰ ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ ਕਹਿ ਦਿੰਦੇ ਆ। ਬਹੁਤ ਜ਼ਿਆਦਾ ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਦੇਸ਼ ਨੂੰ ਇਸ ਚੀਜ਼ ਦਾ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ। ਠੀਕ ਹੈ ਜੀ, ਮਤਲਬ ਬਜਟ ਦੇ ਤੌਰ 'ਤੇ ਹੀ, ਪੈਸੇ ਦੇ ਤੌਰ 'ਤੇ, ਇਕੋਨਮੀ ਦੇ ਤੌਰ 'ਤੇ, ਤੇ ਇਹ ਕਾਫੀ ਜ਼ਿਆਦਾ ਇਸ ਚੀਜ਼ ਨੂੰ ਨੁਕਸਾਨ ਕਰਦਾ ਹੈ। ਤੇ ਇਹ ਨੀਡ ਆਫ IPR ਸਮਝਣ ਤੋਂ ਪਹਿਲਾਂ ਆਪਾਂ ਇੱਕ ਵਾਰੀ ਰਿਵੀਜ਼ਨ ਕਰਦੇ ਹਾਂ ਕਿ ਅਸੀਂ ਕੀ ਪੜ੍ਹ ਕੇ ਆਏ ਹਾਂ। ਰੈਪੀਟੀਸ਼ਨ ਜਿਹੜੀ ਹੈ ਨਾ, ਐਕਸਪੋਜ਼ਰ ਜਿਹੜਾ ਹੈ ਸਾਡੇ ਮਾਈਂਡ ਨੂੰ ਬੜਾ ਜ਼ਰੂਰੀ ਹੈ। ਕੋਈ ਵੀ ਚੀਜ਼ ਅਸੀਂ ਜਦੋਂ ਪੜ੍ਹਦੇ ਹਾਂ ਤੇ ਜ਼ਰੂਰੀ ਹੈ ਕਿ ਉਹ ਸਾਡੇ ਦਿਮਾਗ ਨੂੰ ਬਾਰ-ਬਾਰ ਦੱਸੀ ਜਾਏ। ਬਾਰ-ਬਾਰ ਦੱਸਣ ਦੇ ਨਾਲ ਉਸ ਨੂੰ ਜਿਹੜੀ ਹੈ ਉਹ ਸਮਝ ਜਿਹੜੀ ਹੈ ਉਹ ਵਧੀਆ ਤਰੀਕੇ ਦੇ ਨਾਲ ਆ ਜਾਂਦੀ ਹੈ। ਅਸੀਂ ਇਸ ਯੂਨਿਟ 'ਚ ਵੇਖਿਆ ਕਿ IPR ਕੀ ਹੈ। ਠੀਕ ਹੈ, IPR ਜਿਹੜੀ ਹੈ ਉਹ ਅਸੀਂ ਪੜ੍ਹਿਆ ਕਿ IPR ਇੱਕ ਆਈਡੀਆਜ਼ ਨੂੰ ਪ੍ਰੋਟੈਕਟ ਕਰਨਾ। IPR ਦੀ ਫੁੱਲ ਫਾਰਮ ਕੀ ਹੈ? ਇੰਟਲੈਕਚੁਅਲ ਪ੍ਰੋਪਰਟੀ ਰਾਈਟ। ਇੰਟਲੈਕਚੁਅਲ ਪ੍ਰੋਪਰਟੀ ਰਾਈਟ ਤੇ ਇੰਟਲੈਕਚੁਅਲ ਪ੍ਰੋਪਰਟੀ ਰਾਈਟ 'ਚ ਅਸੀਂ ਪੜ੍ਹਿਆ ਕਿ ਆਈਡੀਆਜ਼ ਨੂੰ ਅਸੀਂ ਜਿਹੜਾ ਹੈ ਕਿ ਉਹਦਾ ਕਾਨੂੰਨੀ ਤੌਰ 'ਤੇ ਉਹਨੂੰ ਹੱਕ ਦੇ ਦੇਣਾ ਕਿਸੇ ਨੂੰ ਵੀ। ਅਸੀਂ ਇਹ ਸਾਰਾ ਇਹ ਪਹਿਲੇ ਸਲਾਈਡ ਤੋਂ ਲੈ ਕੇ ਫਿਰ ਆਪਾਂ ਪੜ੍ਹਿਆ ਕਿ ਇਹਦੇ ਵਿੱਚ ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟ, ਇੰਡਸਟਰੀਅਲ ਡਿਜ਼ਾਈਨ ਇਹ ਸਾਰੇ ਕੁਛ ਆ ਜਾਂਦੇ ਆ। ਠੀਕ ਹੈ, IPR ਦੇ ਵਿੱਚ। ਤੇ IPR 'ਚ ਪੇਟੈਂਟ ਵੀ ਆ ਗਿਆ, ਟ੍ਰੇਡਮਾਰਕ ਵੀ ਆ ਗਿਆ, ਕਾਪੀਰਾਈਟ ਵੀ ਆ ਗਿਆ, ਇੰਡਸਟਰੀਅਲ ਡਿਜ਼ਾਈਨ ਵੀ ਆ ਗਿਆ। ਹੁਣ ਇਹ ਜਿਹੜਾ ਪੇਟੈਂਟ ਹੈ ਇਹਨੂੰ ਅਸੀਂ ਪੜ੍ਹਿਆ ਕਿ ਪੇਟੈਂਟ ਮਤਲਬ ਕਿ ਕੁਛ ਪੇਟੈਂਟ ਕਰਾ ਲੈਣਾ ਹੈ ਇਨਵੈਂਟਰ ਵੱਲੋਂ, ਕੁਝ ਸੇਲ ਕਰਨ ਲਈ, ਠੀਕ ਹੈ, ਕੁਛ ਵੇਚਣ ਲਈ, ਤੇ ਉਹਨੂੰ ਪੇਟੈਂਟ ਕਹਿੰਦੇ। ਟ੍ਰੇਡਮਾਰਕ ਜਿੱਦਾਂ ਮੈਂ ਪਹਿਲਾਂ ਹੀ ਐਗਜ਼ਾਮਪਲ ਦਿੱਤੀ ਕਿ ਡਿਜ਼ਾਈਨ, ਜਿੱਦਾਂ ਐਪਲ ਦੀ ਵੀ ਐਗਜ਼ਾਮਪਲ ਦੇ ਚੁੱਕਿਆ ਸੀ ਕਿ ਡਿਜ਼ਾਈਨ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਪੇਟੈਂਟ ਡਿਜ਼ਾਈਨ ਜਿਹੜਾ ਹੈ ਉਹ ਟ੍ਰੇਡਮਾਰਕ ਉਹਦਾ ਕਰ ਲੈਣਾ, ਉਹਨੂੰ ਟ੍ਰੇਡਮਾਰਕ ਕਹਿੰਦੇ। ਉਹ ਵੀ ਇੱਕ ਆਈਡੀਆ ਦੀ ਪ੍ਰੋਟੈਕਸ਼ਨ। ਕਾਪੀਰਾਈਟ ਮੈਂ ਮੂਵੀ ਦੀ ਐਗਜ਼ਾਮਪਲ ਪਿੱਛੇ ਦੇ ਕੇ ਆਇਆ ਕਿ ਕਾਪੀਰਾਈਟ ਕਰ ਲੈਣੀ, ਪ੍ਰੋਟੈਕਸ਼ਨ ਕਰਨੀ ਉਸ ਆਈਡੀਆਜ਼ ਦੀ। ਅਤੇ ਇੰਡਸਟਰੀਅਲ ਡਿਜ਼ਾਈਨ, ਕੁਛ ਇੰਡਸਟਰੀਅਲ ਦਾ ਪਰਟੀਕੂਲਰ ਡਿਜ਼ਾਈਨ ਜਿਹੜਾ ਹੈ ਉਹਨੂੰ ਤੁਸੀਂ ਕਿਵੇਂ ਉਹਨੂੰ ਸੰਭਾਲ ਕੇ ਰੱਖਣਾ। ਫਿਰ ਅਸੀਂ ਪੜ੍ਹਿਆ ਕਿ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਦੇ ਜਿਹੜੇ ਨੇ ਉਹ ਕਿਹੜੇ ਟਾਈਪ ਨੇ। ਕਾਪੀਰਾਈਟ ਔਰ ਇੱਕ ਇੰਡਸਟਰੀਅਲ ਪ੍ਰੋਪਰਟੀ ਹੈ। ਕਾਪੀਰਾਈਟ ਦੇ ਵਿੱਚ ਅਸੀਂ ਪੜ੍ਹਿਆ ਕਿ 50 ਸਾਲ ਤੱਕ ਉਹ ਅਥੋਰਿਟੀ ਰਹਿੰਦੀ ਹੈ। ਇੰਡਸਟਰੀਅਲ ਡਿਜ਼ਾਈਨ ਅਸੀਂ ਪੜ੍ਹਿਆ ਕਿ ਦੋ ਭਾਗਾਂ 'ਚ ਡਿਵਾਈਡ ਹੈ। ਇੱਕ ਡਿਸਟਿੰਕਟਿਵ ਡਿਜ਼ਾਈਨ ਵਗੈਰਾ ਇਹ ਸਾਰੀਆਂ ਚੀਜ਼ਾਂ 'ਚ ਇੰਡਸਟਰੀਅਲ ਦੀ, ਔਰ ਇੱਕ ਜਿਹੜਾ ਜਿਓਗ੍ਰਾਫੀਕਲ ਇੰਡੀਕੇਟਰਸ ਹੈਗਾ। ਜਿਓਗ੍ਰਾਫੀਕਲ ਇੰਡੀਕੇਟਰ ਜਿਹੜਾ ਹੈ ਉਹ ਮੈਂ ਤੁਹਾਨੂੰ ਦੱਸਿਆ ਕਿ ਕੋਈ ਸਪੈਸੀਫਿਕ, ਕਈ ਵਾਰੀ GK 'ਚ ਵੀ ਕੁਐਸਚਨ ਬਾਰ-ਬਾਰ ਪੁੱਛਿਆ ਜਾਂਦਾ ਹੈ ਜਿਓਗ੍ਰਾਫੀਕਲ ਇੰਡੀਕੇਟਰ ਕੀ ਹੁੰਦਾ। ਅਤੇ
ਜਿਸ ਤਰ੍ਹਾਂ ਮੈਂ ਐਗਜ਼ਾਮਪਲਾਂ ਵੀ ਦਿੱਤੀਆਂ ਸੀਗੀਆਂ ਕਿ ਕੋਈ ਪਰਟੀਕੂਲਰ ਜੀਓਗ੍ਰਾਫੀ ਦੇ ਵਿੱਚ ਜਿਹੜਾ ਚੀਜ਼ ਆਈ ਜਾਏ ਉਹ ਆ ਜਾਏ, ਔਰ ਸਾਈਨ ਵਗੈਰਾ ਦੀ ਪ੍ਰੋਟੈਕਸ਼ਨ ਕਰਨੀ ਤੇ ਬਾਰ-ਬਾਰ ਤੁਹਾਨੂੰ ਦੱਸਿਆ ਹੀ ਹੈ, ਠੀਕ ਹੈ। ਤੇ ਇਹ ਕੁਛ ਐਗਜ਼ਾਮਪਲਸ ਵੀ ਪਾਈਆਂ ਸੀਗੀਆਂ, ਟ੍ਰੇਡ ਸੀਕ੍ਰੇਟਸ, ਕਾਪੀਰਾਈਟਸ ਕੀ ਹੁੰਦਾ, ਪੇਟੈਂਟਸ ਕੀ ਹੁੰਦਾ, ਟ੍ਰੇਡਮਾਰਕ ਕੀ ਹੁੰਦਾ। ਐਪਲ ਫॉर ਸੈੱਲ ਫੋਨਸ, ਇਹ ਪ੍ਰੋਟੈਕਟ ਬ੍ਰਾਂਡ ਹੈਗਾ, ਪੇਟੈਂਟ ਉਹਦੇ ਫੀਚਰਸ ਜਿਹੜੇ ਨੇ ਉਹ ਪ੍ਰੋਟੈਕਟ ਕਰਨੇ। ਫਿਰ ਅਸੀਂ ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ ਪੜ੍ਹਿਆ ਸੀ। ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ ਕਿਉਂ ਪੜ੍ਹਿਆ? ਕਿਉਂਕਿ ਜਿਹੜਾ ਹੈ ਕਿ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਦੀ ਕਿਉਂ ਜ਼ਰੂਰਤ ਪੈਂਦੀ ਹੈ? ਜ਼ਰੂਰਤ ਇਸੇ ਕਰਕੇ ਪੈਂਦੀ ਹੈ ਕਿਉਂਕਿ ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ ਵੱਧ ਰਿਹਾ ਹੈ। ਅਤੇ ਉਹ ਕਿਸ ਫਾਰਮ 'ਚ ਵੱਧ ਰਿਹਾ? ਕਾਊਂਟਰਫੇਟਿੰਗ ਔਰ ਪਾਇਰੇਸੀ, ਇਹ ਦੋਵਾਂ ਫਾਰਮ ਦੇ ਵਿੱਚ ਡੇ ਬਾਈ ਡੇ ਜਿਹੜਾ ਹੈ ਇੰਟਲੈਕਚੁਅਲ ਪ੍ਰੋਪਰਟੀ ਕ੍ਰਾਈਮ ਜਿਹੜਾ ਹੈ ਉਹ ਵਧੀ ਜਾ ਰਿਹਾ ਹੈ, ਠੀਕ ਹੈ। ਇਹ ਦੋਵੇਂ ਚੀਜ਼ਾਂ। ਫਿਰ ਅਸੀਂ ਦੇਖਿਆ ਸੀਗਾ ਇਨੋਵੇਸ਼ਨ, ਇਕਨੋਮਿਕ ਗਰੋਥ, ਇਹ ਸਾਰਾ ਕੁਛ ਹੀ ਬਹੁਤ ਜ਼ਿਆਦਾ ਇਹਦੇ ਨਾਲ ਇਫੈਕਟ ਹੁੰਦਾ ਹੈ, ਤਾਂਹੀਓ ਕਰਕੇ ਹੀ ਇਹ ਜ਼ਿਆਦਾ ਫਰਕ ਪਾਉਂਦੀ ਹੈ। ਨਾਓ ਕਮ ਟੂ ਦ ਲਾਸਟ ਸਲਾਈਡ, ਜੋ ਕਿ ਵੈਰੀ ਇੰਪੋਰਟੈਂਟ, ਕਿ ਨੀਡ ਆਫ IPR ਇਨ ਹੌਸਪਿਟੈਲਿਟੀ ਦੇ ਵਿੱਚ ਜਿਹੜੀ ਹੈ IPR ਦੀ ਕੀ ਜ਼ਰੂਰਤ ਹੈ? ਇੰਟਲੈਕਚੁਅਲ ਪ੍ਰੋਪਰਟੀ ਰਾਈਟ ਦੀ ਹੌਸਪਿਟੈਲਿਟੀ 'ਚ ਕੀ ਜ਼ਰੂਰਤ ਹੈ? ਅ ਪੋਪੂਲਰ ਯੂਨੀਕ ਡਿਸ਼ ਔਰ ਕੋਕਟੇਲ ਨੇਮ, ਕੋਈ ਅਸੀਂ ਪੋਪੂਲਰ ਯੂਨੀਕ ਡਿਸ਼ ਕੋਈ ਤਿਆਰ ਕਰਦੇ ਹਾਂ, ਕੋਕਟੇਲ ਦਾ ਨਾਮ ਤਿਆਰ ਕਰਦੇ ਹਾਂ, ਅਤੇ ਉਹਦਾ ਕਾਪੀਰਾਈਟ ਲੈ ਕੇ ਆਉਣਾ, ਉਹਨੂੰ ਜਿਹੜਾ ਹੈ ਸੰਭਾਲ ਕੇ ਰੱਖਣਾ, ਠੀਕ ਹੈ। ਉਹ ਤਾਂ ਹੀ ਰੱਖ ਸਕਦੇ ਹਾਂ ਕਿਉਂਕਿ ਅਗਰ ਜੇ ਅਸੀਂ ਉਹਦਾ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਜਾਂ ਉਹਨੂੰ ਮਤਲਬ ਉਹਨੂੰ ਰਾਈਟ ਦੇ ਨਾਲ ਤਰੀਕੇ ਦੇ ਨਾਲ ਲਿਆ ਹੋਏਗਾ। ਪਰਟੀਕੂਲਰ ਫੀਚਰ ਆਫ ਏ ਡਾਈਕੋਟ ਸੱਚ ਐਜ਼ ਸਪੈਸ਼ਲੀ ਡਿਜ਼ਾਈਨ ਮੋਰਾਲਸ, ਜਿਹੜਾ ਹੈ ਕਿ ਕੋਈ ਡਿਜ਼ਾਈਨ ਕੋਈ ਤਿਆਰ ਕੀਤਾ ਕਿਸੇ ਨੇ ਹੋਟਲ ਦੇ ਵਿੱਚ, ਅਤੇ ਉਸ ਡਿਜ਼ਾਈਨ ਨੂੰ ਸੰਭਾਲ ਕੇ ਰੱਖਣਾ, ਉਹ ਵੀ ਪ੍ਰੋਪਰਟੀ ਰਾਈਟ ਦੇ ਥਰੂ ਹੀ ਸੰਭਾਲਿਆ ਜਾਂਦਾ। ਐਨ ਇੰਡੀਵਿਜੂਅਲੀ ਕ੍ਰੀਏਟਿਡ ਮੈਨਿਊ, ਕੋਈ ਮੈਨਿਊ ਕਿਸੇ ਹੋਟਲ ਨੇ ਤਿਆਰ ਕਰ ਲਿਆ, ਜਾਂ ਇਸ ਤਰ੍ਹਾਂ ਦੇ ਕਈ ਹੋਰ ਐਗਜ਼ਾਮਪਲ ਵੀ ਹੈ। ਕੋਈ ਵੱਖਰਾ ਰੂਮ ਤਿਆਰ ਕਰ ਲਿਆ, ਕੋਈ ਥੀਮ ਤਿਆਰ ਕਰ ਲਿਆ ਹੋਟਲ ਦੇ ਵਿੱਚ, ਰੈਸਟੋਰੈਂਟ ਦੀਆਂ ਕਈ ਇਸ ਤਰ੍ਹਾਂ ਦੀਆਂ, ਇੱਕ ਨਹੀਂ ਹੈ, ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਦਾ ਕਾਪੀਰਾਈਟ ਕਰਵਾਉਣਾ ਜ਼ਰੂਰੀ ਹੈਗਾ ਹੌਸਪਿਟੈਲਿਟੀ ਇੰਡਸਟਰੀ 'ਚ। ਇਹ ਹੋਟਲ 'ਚ ਹੈ, ਇਸ ਤਰ੍ਹਾਂ ਟੂਰਿਜ਼ਮ 'ਚ ਵੀ ਇਹ ਜ਼ਰੂਰੀ ਹੈ। ਕੋਈ ਟੂਰਿਜ਼ਮ ਇਸ ਤਰ੍ਹਾਂ ਦਾ ਕਿ ਟੂਰਿਸਟ ਅਟਰੈਕਟ ਹੋਏ, ਕਿਸੇ ਨੇ ਅਗਰ ਕਿਸੇ ਕੰਪਨੀ ਨੇ, ਵੱਡੀ ਕੰਪਨੀ ਨੇ ਇੱਕ ਟੂਰਿਸਟ ਪਲੇਸ ਇੱਦਾਂ ਦੀ ਤਿਆਰ ਕਰਤੀ, ਉਹਦਾ ਕਾਪੀਰਾਈਟ ਲੈਣਾ ਜ਼ਰੂਰੀ ਹੈਗਾ ਹੈ, ਠੀਕ ਹੈ, ਉਹਦਾ ਇੰਟਲੈਕਚੁਅਲ ਪ੍ਰੋਪਰਟੀ ਰਾਈਟ। ਸੋ ਇਹ ਸੀਗਾ ਇੰਡਸਟਰੀਅਲ ਪ੍ਰੋਪਰਟੀ ਰਾਈਟ ਯੂਨਿਟ। ਇਫ ਯੂ ਫਾਈਂਡ any difficulty you can contact me at my Gmail, my contact number, मेरा WhatsApp number 8054188260। I repeat my WhatsApp number 8054188260। catch me on Facebook ਸੁਰਿੰਦਰ ਸਿੰਘ ਦੇ ਨਾਮ ਤੇ, ਔਰ you can also send me a message on Twitter and Instagram or any other platform, social network platform, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਥੈਂਕ ਯੂ ਸੋ ਮਚ ਜੀ। ਆਪਾਂ ਬਣੇ ਰਹਾਂਗੇ, ਕੈਚ ਕਰਦੇ ਹਾਂ ਨੈਕਸਟ ਯੂਨਿਟ ਦੇ ਵਿੱਚ, ਤੁਹਾਡੇ ਨਾਲ ਮਿਲਦੇ ਹਾਂ, ਠੀਕ ਹੈ। ਥੈਂਕ ਯੂ ਸੋ ਮਚ। ਇਫ ਯੂ ਫਾਈਂਡ ਐਨੀ ਡਿਫੀਕਲਟੀ ਜ਼ਰੂਰ ਮੈਨੂੰ ਮੈਸੇਜ ਕਰਨਾ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਗਾਇਜ਼।